ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਕਲਾਸ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7ਵੀਂ ਕਲਾਸ ਦਾ ਗਣਿਤ ਦਾ 5ਵਾਂ ਅਧਿਆਇ ਹੈ ਰੇਖਾਵਾਂ ਅਤੇ ਕੋਣ। ਇਸ ਅਧਿਆਇ ਦੇ ਕੁਝ ਟੌਪਿਕ ਜਿਹੜੇ ਅਸੀਂ ਅੱਜ ਦੇ ਇਸ ਲੈਸਨ ਵਿੱਚ ਕਰਾਂਗੇ, ਜਿਵੇਂ ਕਾਟਵੀਂ ਰੇਖਾ ਦੇ ਨਾਲ ਬਣਨ ਵਾਲੇ ਕੋਣ। ਕਾਟਵੀਂ ਰੇਖਾ ਜਦੋਂ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ ਉਸ ਵੇਲੇ ਜਿਹੜੇ ਕੋਣ ਸਾਡੇ ਕੋਲ ਬਣਦੇ ਨੇ, ਉਹ ਕੋਣਾਂ ਦੇ ਵਿੱਚ ਆਪਸੀ ਜਿਹੜੇ ਸੰਬੰਧ ਹੁੰਦੇ ਨੇ ਉਹ ਕੀ ਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਬੇਸਡ ਕੁਐਸਚਨ ਅਭਿਆਸ 5.2 ਦੇ ਕੁਐਸਚਨ ਉਹ ਅਸੀਂ ਕਰਾਂਗੇ ਅੱਜ ਦੇ ਇਸ ਲੈਸਨ ਦੇ ਵਿੱਚ। तो मैनू पूरी उम्मीद है कि तुसी नोटबुक ते पेन वगैरह जरूर अपने को लै ले होंगे ताकि हर दसी जाती चीज़ नू नोट भी कर सको। ठीक है विद्यार्थियों, तो आओ शुरू करते हैं अज दा लैसन। सब तो पहला स्क्रीन ते तुसी देख रहे हो रेखी जोड़ा। रेखी जोड़ा लागवें कोणा दा ओ जोड़ा है जिस दियां गैर सांझियां भुजावां उल्ट किरणां हुंदियां हन। ठीक है, रेखी जोड़े नू लीनियर पेयर किया जाता है। ठीक है, रेखी जोड़े नू लीनियर पेयर किया जाता है। लागवें कोणां नू एडजेसेंट एंगल्स ਅਸੀਂ ਬੋਲਦੇ ਹਾਂ। तो ਇਹਦੇ ਵਿੱਚ ਕੀ ਹੈ ਕਿ ਜਿਵੇਂ ਲਾਗਵੇਂ ਕੋਣਾਂ ਦੇ ਵਿੱਚ ਅਸੀਂ ਪੜਿਆ ਸੀ ਕਿ ਲਾਗਵੇਂ ਕੋਣ ਉਹ ਹੁੰਦੇ ਨੇ ਜਿਨ੍ਹਾਂ ਦਾ ਇੱਕ ਸਿਖਰ ਸਾਂਝਾ ਹੋਵੇ, ਇੱਕ ਜਿਹੜੀ ਭੁਜਾ ਹੈ ਉਹ ਸਾਂਝੀ ਹੋਵੇ, ਤੇ ਉਸ ਤੋਂ ਬਾਅਦ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਹ ਸਾਂਝੀ ਭੁਜਾ ਦੇ ਇੱਕ ਪਾਸੇ ਹੋਣੀਆਂ ਚਾਹੀਦੀਆਂ ਨੇ। तो ਇਸੇ ਢੰਗ ਦੇ ਨਾਲ ਜੇਕਰ ਦੋ ਸਾਡੇ ਕੋਲ ਲਾਗਵੇਂ ਕੋਣ ਬਣ ਜਾਂਦੇ ਨੇ, जिवें कि तुसी स्क्रीन दे उत्ते देख रहे हो, ये बिंदु मान लो साडे कोल O है और ये साडे कोल A है इधर और ये B है और इहदा नाम असी C रख लेंगे। ठीक है, तो साडे कोल एक कोण जिहड़ा BOC बन रहा है ते दूसरा कोण तुसी देख सकते हो COA बन रहा है। ठीक है, तो BOC ते CO के कोण है ਜਿਹੜੇ ਦੋਨੋਂ ਲਾਗਵੇਂ ਕੋਣ ਨੇ। ਕਿਉਂ? ਕਿਉਂਕਿ ਇਹ ਲਾਗਵੇਂ ਕੋਣ ਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਪੂਰੀਆਂ ਕਰਦੇ ਨੇ। ਇਹਨਾਂ ਦਾ ਇੱਕ ਸਾਂਝਾ ਸਿਖਰ ਹੈ, ਇੱਕ ਸਾਂਝੀ ਭੁਜਾ ਹੈ, ਤੇ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਹ ਸਾਂਝੀ ਭੁਜਾ ਦੇ ਇੱਕ ਪਾਸੇ ਸਥਿਤ ਨੇ। ਠੀਕ ਹੈ, ਉਸ ਤੋਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਜਿਹੜੀਆਂ ਗੈਰ ਸਾਂਝੀਆਂ ਜਿਹੜੀਆਂ ਭੁਜਾਵਾਂ ਸਾਂਝੀਆਂ ਨਹੀਂ ਨੇ ਦੋਨਾਂ ਕੋਣਾਂ ਦੀਆਂ, ਉਹ ਬਿਲਕੁਲ ਇੱਕ ਦੂਜੇ ਦੇ ਉਲਟ ਸਾਈਡ ਦੇ ਕਿਰਨਾਂ ਨੇ। ਭਾਵ ਕਿ OB ਜਿਹੜੀ ਹੈ ਸਾਡੇ ਕੋਲ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ। ਠੀਕ ਹੈ, और OA ਜਿਹੜੀ ਹੈ ਕਿਰਨ ਇਹ O ਤੋਂ ਖੱਬੇ ਪਾਸੇ ਹੈ। तो ਜਿਸ ਦੀਆਂ ਗੈਰ ਸਾਂਝੀਆਂ ਭੁਜਾਵਾਂ ਉਲਟ ਕਿਰਨਾਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਰੇਖੀ ਜੋੜਾ ਕਹਿੰਦੇ ਹਾਂ। ਉਹ ਲਾਗਵੇਂ ਕੋਣਾਂ ਦੇ ਜੋੜੇ ਨੂੰ ਰੇਖੀ ਜੋੜਾ ਕਹਿੰਦੇ ਹਾਂ। तो ਇਹਦੇ ਵਿੱਚ ਹੁਣ ਸਾਡੇ ਕੋਲ ਹੁੰਦਾ ਕੀ ਹੈ, ਕਿਉਂਕਿ BOC ਤੇ COA ਜਿਹੜੇ ਕੋਣ ਨੇ ਇਹਨਾਂ ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਉਲਟ ਦਿਸ਼ਾ 'ਚ ਹੋ ਗਈਆਂ, ਬਿਲਕੁਲ ਇੱਕ ਸਿੱਧੀ ਲਾਈਨ ਜਿਹੜੀ ਹੈ ਸਿੱਧੀ ਰੇਖਾ ਉਹ ਬਣਾਉਂਦੀਆਂ ਨੇ। तो ਇਹ ਸਾਡੇ ਕੋਲ ਰਾਖਵੇਂ तो ਇਹ ਸਾਡੇ ਕੋਲ ਇੱਕ ਰੇਖੀ ਜੋੜਾ ਹੈ। ਠੀਕ ਹੈ, ਰੇਖੀ ਜੋੜੇ ਦੇ ਵਿੱਚ ਜਿਹੜੇ ਦੋਨੋਂ ਕੋਣ ਸਾਡੇ ਕੋਲ ਹੁੰਦੇ ਆ ਉਹਨਾਂ ਦਾ ਜੋੜ ਹਮੇਸ਼ਾ ਹੀ 180 ਡਿਗਰੀ ਬਣਦਾ ਹੈ। ਭਾਵ ਜੇਕਰ ਇਸ ਕੋਣ ਦਾ ਨਾਮ ਮੈਂ 1 ਰੱਖ ਲਵਾਂ, ਇਸ ਕੋਣ ਦਾ ਨਾਮ 2 ਰੱਖ ਲਵਾਂ, ਤਾਂ ਕੋਣ 1 ਜਮਾ ਕੋਣ 2 ਇਹ ਸਾਡੇ ਕੋਲ 180 ਡਿਗਰੀ ਦੇ ਬਰਾਬਰ ਹੀ ਆਏਗਾ। ਠੀਕ ਹੈ, ਕਿਉਂਕਿ ਇਹ ਦੋਨੋਂ ਕੋਣ ਮਿਲ ਕੇ ਇੱਕ ਸਰਲ ਕੋਣ ਤੁਸੀਂ ਦੇਖ ਸਕਦੇ ਹੋ ਬਣਾਉਂਦੇ ਨੇ। ਠੀਕ ਹੈ ਵਿਦਿਆਰਥੀਓ, तो एक बहुत ही ਜਿਹੜਾ ਇਹ ਮਹੱਤਵਪੂਰਨ ਗੁਣ ਹੈ ਕੋਣਾਂ ਦਾ। तो ਇਹ ਬਹੁਤ ਸਾਰੇ ਸਵਾਲਾਂ ਦੇ ਵਿੱਚ ਇਹਨੂੰ ਅਸੀਂ ਯੂਜ਼ ਕਰਦੇ ਹਾਂ, ਇਹਦੀ ਵਰਤੋਂ ਕਰਦੇ ਹਾਂ। ਹੁਣ ਇੱਥੇ ਤੁਸੀਂ ਦੋ ਜੋੜੇ ਜਿਹੜੇ ਦੇਖ ਸਕਦੇ ਹੋ ਕੋਣਾਂ ਦੇ, ਜਿਵੇਂ ਪਹਿਲਾ ਜੋੜਾ ਹੈ ਇਹਦੇ ਵਿੱਚ ਕੋਣ 1 ਤੇ ਕੋਣ 2 ਜਿਹੜੇ ਦਿੱਤੇ ਗਏ ਨੇ। ਨਾਲ ਇੱਕ ਸਵਾਲ ਹੈ ਕਿ ਕੋਣ 1 ਕੋਣ 2 ਰੇਖੀ ਜੋੜਾ ਹੈ, ਕਿ ਇਹ ਦੋਨੋਂ ਰੇਖੀ ਜੋੜਾ ਬਣਾਉਂਦੇ ਨੇ। तो ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਲਾਗਵੇਂ ਕੋਣ ਤਾਂ ਹੈਗੇ ਨੇ, ਕਿਉਂਕਿ ਇਹਨਾਂ ਦਾ ਸਿਖਰ ਵੀ ਸਾਂਝਾ ਹੈ, ਸਾਂਝੀ ਭੁਜਾ ਹੈ, ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਲਟ ਦਿਸ਼ਾ ਦੇ ਵਿੱਚ ਨੇ। ਠੀਕ ਹੈ, ਔਰ ਇਹਦੇ ਵਿੱਚ ਦੇਖ ਸਕਦੇ ਹਾਂ ਇਹ ਅਗਰ ਇਹਨੂੰ ਮੈਂ O ਮੰਨ ਲਾਂ ਔਰ ਇਹ ਸਾਡੇ ਕੋਲ ਇਹਨੂੰ A ਮੰਨ ਲਈਏ, ਤਾਂ AOB ਜਿਹੜਾ ਕੋਣ ਹੈ ਇਹਨੂੰ B ਮੰਨ ਲਈਏ, AOB ਕੋਣ ਹੈ ਤੇ ਦੂਸਰਾ ਕੋਣ ਸਾਡੇ ਕੋਲ ਇਹਦਾ ਨਾਮ ਅਸੀਂ BOC ਮੰਨ ਲੈਂਦੇ ਹਾਂ। ਤਾਂ ਇਹਨਾਂ ਦੋਨਾਂ ਦੀਆਂ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਹ ਇੱਕ ਦੂਜੇ ਦੇ ਉਲਟ ਦਿਸ਼ਾ ਦੇ ਵਿੱਚ ਨੇ। ਗੈਰ ਸਾਂਝੀਆਂ ਕਿਰਨਾਂ ਜਿਵੇਂ OA ਤੇ OC ਇਹ ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ ਵਿਰੋਧੀ ਦਿਸ਼ਾ ਦੇ ਵਿੱਚ ਅੱਗੇ ਨੂੰ ਵਧ ਰਹੀਆਂ ਨੇ। तो ਇਹ ਸਾਡੇ ਕੋਲ ਰੇਖੀ ਜੋੜਾ ਹੈ। ਠੀਕ ਹੈ, तो ਇਹਦਾ ਉੱਤਰ ਸਾਡੇ ਕੋਲ ਹੋਏਗਾ ਹਾਂ, ਇਹ ਸਾਡੇ ਕੋਲ ਰੇਖੀ ਜੋੜਾ ਹੈ। ਇਸੇ ਢੰਗ ਦੇ ਨਾਲ ਜੇ ਦੂਸਰਾ ਅਸੀਂ ਕੋਣ ਜਿਹੜੇ ਦੂਸਰਾ ਜੋੜਾ ਸਾਨੂੰ ਦਿੱਤਾ ਗਿਆ ਹੈ ਇਹਦੇ ਵਿੱਚ ਕੋਣ 1 ਤੇ ਕੋਣ 2 ਤੁਸੀਂ ਦੇਖ ਸਕਦੇ ਹੋ। ਇਹ ਦੋਨੋਂ ਲਾਗਵੇਂ ਕੋਣ ਹਨ ਕਿਉਂਕਿ ਸਾਂਝਾ ਬਿੰਦੂ ਹੈ, ਇਹਨਾਂ ਦਾ ਇੱਕ ਸਾਂਝਾ ਸਿਖਰ ਹੈ, ਉਸ ਤੋਂ ਬਾਅਦ ਦੋਨਾਂ ਦੀ ਇੱਕ ਸਾਂਝੀ ਭੁਜਾ ਹੈ ਤੇ ਦੋਨੋਂ ਗੈਰ ਸਾਂਝੀਆਂ ਭੁਜਾਵਾਂ ਸਾਂਝੀ ਭੁਜਾ ਦੇ ਇੱਕ ਪਾਸੇ ਹਨ। ਪਰ ਇਹਦੇ ਵਿੱਚ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ, ਜਿਵੇਂ ਇਹਦਾ ਨਾਮ ਅਸੀਂ OP ਰੱਖ ਲਈਏ। ਠੀਕ ਹੈ, ਇਹਦਾ OQ ਰੱਖ ਲੈਂਦੇ ਹਾਂ, ਇਹਦਾ ਨਾਮ ਅਸੀਂ OR ਰੱਖ ਲੈਂਦੇ ਹਾਂ।
OR OQ ਤੇ OP ਇਹ ਸਾਡੇ ਕੋਲ ਤਿੰਨ ਕਿਰਨਾਂ ਹੋ ਗਈਆਂ। तो OQ किरण ਜਿਹੜੀ ਹੈ ਸਾਂਝੀ ਭੁਜਾ ਹੈ, ਸਾਂਝੀ ਕਿਰਨ ਹੈ ਦੋਨਾਂ ਦੀ, ਬਟ OP ਤੇ OR ਗੈਰ ਸਾਂਝੀਆਂ ਭੁਜਾਵਾਂ ਹਨ, ਪਰ ਇਹ ਉਲਟ ਦਿਸ਼ਾ ਦੇ ਵਿੱਚ ਨਹੀਂ ਨੇ। तो ਜੇਕਰ ਇਹ ਉਲਟ ਦਿਸ਼ਾ ਦੇ ਵਿੱਚ ਨਹੀਂ ਨੇ ਔਰ ਇੱਕ ਸਰਲ ਰੇਖਾ ਨਹੀਂ ਬਣਾਦੀਆਂ, ਇਹਦਾ ਮਤਲਬ ਇਹ ਸਾਡੇ ਕੋਲ ਰੇਖੀ ਜੋੜਾ ਨਹੀਂ ਹੈ। ठीक है, तो ਅਸੀਂ ਇੱਥੇ ਲਿਖ ਦਵਾਂਗੇ, ਕਿਉਂਕਿ ਇਹ ਸਵਾਲ ਇਹ ਪੁੱਛਿਆ ਗਿਆ ਹੈ ਕਿ ਕੋਣ 1 ਕੋਣ 2 ਇੱਕ ਰੇਖੀ ਜੋੜਾ ਹੈ, ਨਹੀਂ। ਕਿਉਂ ਨਹੀਂ ਹੈ ਉਹ ਅਸੀਂ ਦੱਸਦੇ ਹਾਂ ਇੱਥੇ। ठीक है, ਕਿਉਂਕਿ ਕੋਣ 1 ਅਤੇ ਕੋਣ 2 ਦੀਆਂ ਗੈਰ ਸਾਂਝੀਆਂ ਭੁਜਾਵਾਂ ਇੱਕ ਦੂਜੇ ਦੇ ਉਲਟ ਦਿਸ਼ਾ ਵਿੱਚ ਨਹੀਂ ਹਨ। ਇੱਕ ਦੂਜੇ ਦੀ ਉਲਟ ਦਿਸ਼ਾ ਵਿੱਚ नहीं। ठीक है विद्यार्थियों, तो ये साडे कोल रेखी जोड़ा नहीं सी, तो क्यों नहीं सी उसी कारण दे दिता और ये असीं देखिया कि रेखी जोड़ा है। ठीक है, इस तो बाद अगे साडे कोल एक सवाल जिहड़ा दिता गया है, हेठां दिते हरेक चित्र विच कोण x y ਅਤੇ z ਦਾ ਮੁੱਲ पता करो। ठीक है, तो ਇਹਦੇ ਵਿੱਚ ਕੋਣ x y z ਦਾ ਅਸੀਂ ਮੁੱਲ ਪਤਾ ਕਰਨਾ ਬੜੀ ਆਸਾਨੀ ਦੇ ਨਾਲ ਅਸੀਂ ਜਿਹੜਾ ਇਹ ਕਰ ਸਕਦੇ ਹਾਂ। ਕਿਵੇਂ ਕਰਾਂਗੇ? ਇਹਦੇ ਚ ਦੇਖੋ ਸੀ ਜਿਹੜਾ ਕੋਣ y ਤੇ ਕੋਣ 55 ਡਿਗਰੀ ਹੈ, ਇਹ ਦੋਨੋਂ ਮਿਲ ਕੇ ਇੱਕ ਰੇਖੀ ਜੋੜਾ ਬਣਾਉਂਦੇ ਨੇ। ਠੀਕ ਹੈ, ਇਹਨਾਂ ਦੋਨਾਂ ਦਾ ਜਿਹੜਾ ਜੋੜਫਲ ਹੈ ਉਹ ਸਾਡੇ ਕੋਲ 180 ਡਿਗਰੀ ਹੋਣਾ ਚਾਹੀਦਾ ਹੈ। ਠੀਕ ਹੈ, ਅਗਰ ਜੋੜਫਲ ਸਾਨੂੰ ਪਤਾ ਹੈ ਤਾਂ ਉੱਥੋਂ ਅਸੀਂ y ਦੀ ਕੀਮਤ ਜਿਹੜੀ ਪਤਾ ਕਰ ਸਕਦੇ ਹਾਂ। तो हल ਇੱਥੇ ਅਸੀਂ ਲਿਖਾਂਗੇ y जमा 55 डिग्री बराबर 180 डिग्री। क्यों? ਇਹਦਾ ਕਾਰਨ ਹੈ ਰੇਖੀ ਜੋੜਾ, ਕਿਉਂਕਿ ਜਿਹੜਾ y ਤੇ 55 ਹੈ ਸਾਡੇ ਕੋਲ ਰੇਖੀ ਜੋੜਾ ਦੀਆਂ ਸ਼ਰਤਾਂ, ਰੇਖੀ ਜੋੜੇ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ, ਇਸ ਕਰਕੇ ਇਹਨੂੰ ਅਸੀਂ ਰੇਖੀ ਜੋੜਾ ਕਹਿ ਸਕਦੇ ਹਾਂ। तो ਇਹਦੇ ਵਿੱਚੋਂ y ਦੀ ਕੀਮਤ ਪਤਾ ਕਰਨ ਲਈ 55 ਨੂੰ ਅਸੀਂ ਦੂਜੇ ਸਾਈਡ ਲਿਜਾ ਕੇ 180 ਦੇ ਵਿੱਚੋਂ ਘਟਾ ਦੇਵਾਂਗੇ। ਠੀਕ ਹੈ, ਸੋ 180 ਡਿਗਰੀ ਦੇ ਵਿੱਚੋਂ ਜਦੋਂ ਅਸੀਂ 55 ਡਿਗਰੀ ਨੂੰ ਘਟਾਵਾਂਗੇ ਤਾਂ ਇਹ ਆਪਾਂ ਦੇਖਦੇ ਹਾਂ ਸਾਡੇ ਕੋਲ ਕੀ ਬਣਦਾ ਹੈ। 180 डिग्री 55। ठीक है, तो इत्थे साडे कोल 7 आ जाएगा, इत्थे 10 आ जाएगा। तो 10 दे विचों 5 माइनस करांगे तो साडे कोल 5 आएगा। 7 दे विचों 5 घटाण ते साडे कोल 2 आंदा है, 1 आंदा है। ठीक है, तो इस तरह 180 डिग्री दे विचों जेकर ਅਸੀਂ 55 डिग्री ਨੂੰ माइनस करिए तो साडे कोल 125 डिग्री बचदा। तो y ਦੀ ਕੀਮਤ ਜਿਹੜੀ ਹੈ ਸਾਡੇ ਕੋਲ ਉਹ 125 डिग्री बन जाएगी। ठीक है, तो y ਦੀ ਕੀਮਤ ਸਾਡੇ ਕੋਲ 125 ਡਿਗਰੀ ਜੇਕਰ ਆ ਜਾਂਦੀ ਹੈ ਤਾਂ ਇਹਦੇ ਤੋਂ ਬਾਅਦ ਅਸੀਂ x ਦੀ ਕੀਮਤ ਪਤਾ ਕਰ ਸਕਦੇ ਹਾਂ, ਕਿਉਂਕਿ x ਤੇ y ਇਹ ਵੀ ਸਾਡੇ ਕੋਲ ਦੋਨੋਂ ਰੇਖੀ ਜੋੜਾ ਬਣਾਉਂਦੇ। ਹੁਣ x ਜਮਾ y ਬਰਾਬਰ 180 डिग्री। ठीक है, तो y ਦੀ ਕੀਮਤ ਅਸੀਂ ਪਤਾ ਕਰ ਚੁੱਕੇ ਹਾਂ, ਉਹ ਅਸੀਂ ਇੱਥੇ ਭਰ ਦੇਵਾਂਗੇ ਤੇ x ਦੀ ਕੀਮਤ ਪਤਾ ਕਰਨ ਦੇ ਲਈ 125 ਨੂੰ ਦੂਜੀ ਸਾਈਡ ਦੂਜੇ ਪਾਸੇ ਲਿਜਾ ਕੇ ਅਸੀਂ 180 ਡਿਗਰੀ ਦੇ ਵਿੱਚੋਂ ਘਟਾ ਦੇਵਾਂਗੇ। ਠੀਕ ਹੈ, तो ਇਹ ਸਾਡੇ ਕੋਲ 55 ਡਿਗਰੀ ਬਣ ਜਾਂਦਾ ਹੈ। ਠੀਕ ਹੈ, x ਦੀ ਕੀਮਤ ਵੀ ਸਾਡੇ ਕੋਲ ਆ ਗਈ, y ਦੀ ਕੀਮਤ ਵੀ ਆ ਗਈ। ਇਸ ਤੋਂ ਬਾਅਦ ਹੁਣ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ x ਤੇ z ਹੈ ਇਹ ਦੋਨੋਂ ਵੀ ਰੇਖੀ ਜੋੜਾ ਬਣਾਉਂਦੇ ਨੇ। ਠੀਕ ਹੈ, ਜਾਂ ਕਹ ਲਓ ਕਿ 55 ਡਿਗਰੀ ਤੇ z ਇਹ ਵੀ ਦੋਨੋਂ ਰੇਖੀ ਜੋੜਾ ਬਣਾਉਂਦੇ ਨੇ। ਇਹਨਾਂ ਨੂੰ ਯੂਜ਼ ਕਰਕੇ, ਇਹਨਾਂ ਨੂੰ ਵਰਤ ਕੇ ਅਸੀਂ z ਦੀ ਕੀਮਤ ਵੀ ਪਤਾ ਕਰ ਸਕਦੇ ਹਾਂ। ਠੀਕ ਹੈ, ਇੱਥੇ ਆਪਾਂ ਸਾਈਡ ਤੇ ਕਰ ਲੈਨੇ ਨਾਲ। ਹੁਣ x ਜਮਾ z ਬਰਾਬਰ 180 ਡਿਗਰੀ ਔਰ ਇਹਦਾ ਵੀ ਕਾਰਨ ਸਾਡੇ ਕੋਲ ਕੀ ਹੋਏਗਾ? ਰੇਖੀ ਜੋੜਾ। तो x की कीमत सानू पता है 55 डिग्री ਅਸੀਂ ਪਤਾ ਕਰਕੇ ਆਏ ਹਾਂ। तो 55 डिग्री प्लस जमा z बराबर 180 डिग्री और z ਦੀ ਕੀਮਤ ਪਤਾ ਕਰਨ ਦੇ ਲਈ 180 डिग्री ਦੇ ਵਿੱਚੋਂ 55 डिग्री ਨੂੰ ਘਟਾ ਦਿੱਤਾ ਜਾਏਗਾ। और ਜਿਵੇਂ ਕਿ ਅਸੀਂ ਪਹਿਲਾਂ ਵੀ 125 ਦੇ ਵਿੱਚੋਂ 180 ਜਿਵੇਂ ਕਿ ਅਸੀਂ ਪਹਿਲਾਂ ਵੀ 180 ਦੇ ਵਿੱਚੋਂ 55 डिग्री ਨੂੰ ਘਟਾਇਆ ਸੀ ਤਾਂ ਸਾਡੇ ਕੋਲ ਜਿਹੜਾ 125 डिग्री ਪ੍ਰਾਪਤ ਹੋਇਆ ਸੀ ਕੋਣ y।
ਉਸੇ ਢੰਗ ਦੇ ਨਾਲ ਸਾਡੇ ਕੋਲ ਕੋਣ Z ਦੀ ਜਿਹੜੀ ਕੀਮਤ ਹੈ ਉਹ ਵੀ 125 ਡਿਗਰੀ ਬਣ ਜਾਂਦੀ ਹੈ। ਇਸ ਤਰ੍ਹਾਂ x ਬਰਾਬਰ 55 ਡਿਗਰੀ, y बराबर 125 डिग्री, z बराबर 125 डिग्री। तो रेखी जोड़े का गुण जिहड़ा असीं वरत के इस सवाल दे विच तीनों जिहड़े कोण जिहड़े सानूं अज्ञात कोण सन, जिहड़े ज्ञात नहीं सन, उन्हां दी कीमत इस ढंग दे नाल पता कर सकते। ठीक है, इस तो बाद अगला जिहड़ा साडे कोल विषय है वो है शिखर सन्मुख कोण भाव वर्टिकली ऑपोजिट एंगल्स। शिखर सन्मुख किहड़े ने, जिवें कि असीं पिछले सवाल दे विच देख के आए हैं कि ये साडे कोल दो रेखावां ने जिहड़ियां आपस दे विच कट रहीआं सीगीआं और इहदे नाल साडे कोल चार कोण बने सी। ठीक है, ये जिहड़े कोण जिवें कोण Y है ते कोण Z है, ठीक है, ये दोनों शिखर सन्मुख कोण ने। कोण X ਤੇ ਕੋਣ ਜਿਹੜਾ 55 ਡਿਗਰੀ ਸਾਨੂੰ ਦਿੱਤਾ ਗਿਆ ਹੈ, ਇਹ ਦੋਨੋਂ ਸਿਖਰ ਸਨਮੁਖ ਕੋਣ ਨੇ। ਠੀਕ ਹੈ, ਇਹਨਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਿਉਂ ਕਹਿੰਦੇ ਆ, ਆਪਾਂ ਐਵੇਂ ਕਹਿ ਸਕਦੇ ਹਾਂ, ਤੁਸੀਂ ਦੇਖ ਸਕਦੇ ਹੋ ਜਿਹੜਾ y ਕੋਣ ਦਾ ਸਿਖਰ ਹੈ ਤੇ z ਕੋਣ ਦਾ ਸਿਖਰ ਹੈ, ਇਹ ਕੋਣ ਜਿਹੜਾ ਸਾਡੇ ਕੋਲ ਉੱਪਰ ਵਾਲੀ ਦਿਸ਼ਾ 'ਚ ਬਣਦਾ ਹੈ, z ਕੋਣ ਹੇਠਾਂ ਵਾਲੀ ਦਿਸ਼ਾ 'ਚ ਬਣਦਾ ਹੈ, ਪਰ ਇਹਨਾਂ ਦੇ ਸਿਖਰ ਜਿਹੜੇ ਉਹ ਇੱਕ ਦੂਜੇ ਦੇ ਵੱਲ ਨੇ। ਆਪਾਂ ਕਹਿ ਸਕਦੇ ਹਾਂ ਦੋਨਾਂ ਦੇ ਸਿਖਰ ਜਿਹੜੇ ਇੱਕ ਦੂਜੇ ਦੇ ਸਨਮੁਖ ਨੇ, ਸੇਮ ਹੀ ਨੇ। ਠੀਕ ਹੈ, ਸੋ ਇਸ ਲਈ ਇਹਨਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਹਿੰਦੇ ਆ। ਠੀਕ ਹੈ, x कोण ਜਿਹੜਾ ਹੈ ਸਾਡੇ ਕੋਲ 55 ਡਿਗਰੀ ਦੇ ਵੱਲ ਹੈ, ਦੇਖ ਸਕਦੇ ਹੋ x ਤੇ 55 ਡਿਗਰੀ ਇਹਨਾਂ ਦੋਨਾਂ ਦਾ ਵੀ ਸਿਖਰ ਸਾਡੇ ਕੋਲ ਸਾਂਝਾ ਹੈ, ਇਹ ਸਾਡੇ ਕੋਲ ਇਹ ਵੀ ਸਿਖਰ ਸਨਮੁਖ ਕੋਣ ਨੇ। ਠੀਕ ਹੈ, ਤਾਂ ਜਦੋਂ ਵੀ ਦੋ ਰੇਖਾਵਾਂ ਆਪਸ ਦੇ ਵਿੱਚ ਇਸ ਢੰਗ ਦੇ ਨਾਲ ਕੱਟਦੀਆਂ ਨੇ ਤਾਂ ਜਿਹੜੇ ਸਾਡੇ ਕੋਲ ਕੋਣ ਬਣਦੇ ਨੇ ਆਮੋ ਸਾਹਮਣੇ ਦੇ, ਇਹਨਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਹਿੰਦੇ ਹਾਂ। ਠੀਕ ਹੈ, ਤਾਂ ਇੱਕ ਚੀਜ਼ ਹੋਰ ਆਪਾਂ ਇਹਦੇ ਵਿੱਚ ਦੇਖੀ ਸੀ, ਉਹ ਕੀ ਕਿ y ਦੀ ਕੀਮਤ ਸਾਡੇ ਕੋਲ 125 ਡਿਗਰੀ ਸੀ, z ਦੀ ਕੀਮਤ ਵੀ ਸਾਡੇ ਕੋਲ 125 ਡਿਗਰੀ ਸੀ। ਠੀਕ ਹੈ, ਇਹ ਦੋਨੋਂ ਸਿਖਰ ਸਨਮੁਖ ਕੋਣ ਨੇ ਔਰ ਦੋਨਾਂ ਦੀ ਕੀਮਤ ਵੀ ਜਿਹੜੀ ਉਹ ਇੱਕ ਦੂਜੇ ਦੇ ਬਰਾਬਰ ਸੀ। ਇਸੇ ਢੰਗ ਦੇ ਨਾਲ ਜਿਹੜਾ ਸਾਡੇ ਕੋਲ x ਕੋਣ ਸੀ ਉਹਦੀ ਕੀਮਤ ਸਾਡੇ ਕੋਲ 55 ਡਿਗਰੀ ਪ੍ਰਾਪਤ ਹੋਈ ਸੀ। ਠੀਕ ਹੈ, ਤੋਂ ਜਿਹੜੇ ਸਿਖਰ ਸਨਮੁਖ ਕੋਣ ਹੁੰਦੇ ਨੇ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਹਮੇਸ਼ਾ ਇੱਕ ਦੂਜੇ ਦੇ ਬਰਾਬਰ ਰਹਿੰਦੀ ਹੈ। ਠੀਕ ਹੈ, ਸੋ ਜੇਕਰ ਸਿੰਪਲੀ ਇੱਥੇ ਮੈਂ ਬਣਾਵਾਂ ਦੋ ਰੇਖਾਵਾਂ, ਇੱਕ ਇਹ ਰੇਖਾ ਹੈ ਦੂਸਰੀ ਇਹ ਰੇਖਾ, ठीक है, तो ਇਹਦੇ ਨਾਲ ਸਾਡੇ ਕੋਲ ਚਾਰ ਕੋਣ ਜਿਹੜੇ ਬਣ ਜਾਂਦੇ ਨੇ ਔਰ ਇਹ ਚਾਰੋਂ ਕੋਣਾਂ ਦੇ ਵਿੱਚ ਇਹ ਜਿਹੜੇ ਦੋਨੋਂ ਕੋਣ ਨੇ ਇਹ ਵੀ ਇਹ ਸਿਖਰ ਸਨਮੁਖ ਕੋਣਾਂ ਦਾ ਜੋੜਾ ਹੈ, ਇਹਨਾਂ ਦੀ ਕੀਮਤ ਸਾਡੇ ਕੋਲ ਇੱਕ ਬਰਾਬਰ ਰਹੇਗੀ। ਔਰ ਇਸ ਤੋਂ ਬਾਅਦ ਜਿਹੜੇ ਇਹ ਵਾਲਾ ਕੋਣ ਹੇਠਾਂ ਤੇ ਉੱਪਰ ਬਣਦੇ ਨੇ ਇਹ ਆਪਸ ਦੇ ਵਿੱਚ ਬਰਾਬਰ ਨੇ ਔਰ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਵੀ ਆਪਸ ਦੇ ਵਿੱਚ ਬਰਾਬਰ ਰਹੇਗੀ। ठीक है, तो जेकर इस ढंग दे नाल असीं दो लाइनां बना लैंदे हां और इस बिंदु दा नाम असीं O रख लैने जिहड़ा कि दोनां दा काट बिंदु है। ए वाली रेखा साडे कोल A कोण, A बिंदु, ए वाली रेखा साडे कोल रेखा दे उत्ते असीं B बिंदु ले लिया तो ये AB रेखा होगी। इसी ढंग दे नाल ए साडे कोल C और A D एक CD रेखा होगी। ठीक है, तो इहदे च हुण आपां लिखांगे सिखर सन्मुख कोणां दे जोड़े। हाँ जी, किहड़े-किहड़े जोड़े ने, कोण AOD ਅਤੇ ਦੂਜਾ ਕੋਣ ਹੈ COB ਜਾਂ BOC। ਇਹ ਸਾਡੇ ਕੋਲ ਪਹਿਲਾ ਜੋੜਾ ਹੈ। ਉਸ ਤੋਂ ਬਾਅਦ ਸਿਖਰ ਸਨਮੁਖ ਕੋਣਾਂ ਦਾ ਦੂਜਾ ਜੋੜਾ, ਇਹਨਾਂ ਨੂੰ ਅਸੀਂ ਵਰਟੀਕਲੀ ਆਪੋਜ਼ਿਟ ਐਂਗਲਸ ਵੀ ਕਹਿੰਦੇ ਆ। ਦੂਜਾ ਜੋੜਾ ਸਾਡੇ ਕੋਲ ਹੈ BOD ਅਤੇ दूसरी साइड साडे कोल है AOC, कोण AOC। ठीक है, ਤੇ ਇਹ ਜਿਹੜੇ ਸਿਖਰ ਸਨਮੁਖ ਕੋਣਾਂ ਦੇ ਜੋੜੇ ਦੇ ਜਿਹੜੇ ਮਾਪ ਨੇ ਉਹ ਵੀ ਇੱਕ ਦੂਸਰੇ ਦੇ ਬਰਾਬਰ ਹੁੰਦੇ ਦੋਨੋਂ ਕੋਣਾਂ ਦੇ। तो ਅਸੀਂ ਲਿਖ ਸਕਦੇ ਹਾਂ ਇੱਥੇ ਕੋਣ AOD ਜਿਹੜਾ ਇਹਦਾ ਮਾਪ ਹੈ ਉਹ ਹਮੇਸ਼ਾ ਕੋਣ BOC ਦੇ ਬਰਾਬਰ ਹੁੰਦਾ ਹੈ। ਕੋਣ AOD ਤੇ ਕੋਣ BOC ਔਰ ਇਸੇ ਢੰਗ ਦੇ ਨਾਲ ਜਿਹੜਾ ਦੂਸਰਾ ਜੋੜਾ ਹੈ ਸਾਡੇ ਕੋਲ ਅਤੇ कोण BOD ये हमेशा बराबर होएगा कोण AOC। ठीक है, कोण BOD जिहड़ा लाल रंग दे नाल असीं बनाया
ਇਸੇ ਢੰਗ ਦੇ ਨਾਲ ਦੂਸਰੀ ਸਾਈਡ ਕੋਣ AOC। तो ਇਹ ਸਾਡੇ ਕੋਲ ਸਿਖਰ ਸਮੂਹ ਕੋਣ ਨੇ ਜਿਨ੍ਹਾਂ ਨੂੰ ਵਰਟੀਕਲੀ ਆਪੋਜ਼ਿਟ ਐਂਗਲਸ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਹੈ ਕਾਟਵੀਂ ਰੇਖਾ। तो ਕਾਟਵੀਂ ਰੇਖਾ ਸਾਡੇ ਕੋਲ ਹੁੰਦੀ ਕੀ ਹੈ, ਜਦੋਂ ਵੀ ਸਾਡੇ ਕੋਲ ਕੋਈ ਦੋ ਜਾਂ ਦੋ ਤੋਂ ਵੱਧ ਰੇਖਾਵਾਂ ਹੋਣ, ਜਿਵੇਂ ਆਪਾਂ ਇੱਥੇ ਖਿੱਚ ਲੈਂਦੇ ਹਾਂ ਕਿ ਰੇਖਾ ਹੋ ਗਈ, ਇੱਕ ਸਾਡੇ ਕੋਲ ਇਹ ਰੇਖਾ ਹੋ ਗਈ, तो ਇਹਨਾਂ ਨੂੰ ਇੱਕ ਤੀਜੀ ਰੇਖਾ ਜੇਕਰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੈ ਤਾਂ ਇਸ ਰੇਖਾ ਨੂੰ ਅਸੀਂ ਕਾਟਵੀਂ ਰੇਖਾ ਕਹਿੰਦੇ ਹਾਂ। ठीक है, ਦੋ ਜਾਂ ਦੋ ਤੋਂ ਵੱਧ ਰੇਖਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਕਾਟਵੀਂ ਰੇਖਾ ਕਿਹਾ ਜਾਂਦਾ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਜੇ ਆਪਾਂ ਐਵੇਂ ਦੇਖੀਏ ਭਿੰਨ-ਭਿੰਨ ਬਿੰਦੂਆਂ ਦਾ ਕੀ ਮਤਲਬ ਹੈ, ਜਿਵੇਂ ਅਗਰ ਇਹ ਦੋ ਰੇਖਾਵਾਂ ਨੇ, ਠੀਕ ਹੈ, ਦੋਨੋਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਪਈਆਂ ਔਰ ਤੀਸਰੀ ਰੇਖਾ ਮੈਂ ਇੱਕ ਹੋਰ ਖਿੱਚਦਾ ਜਿਹੜੀ ਕਿ ਦੋਨੋਂ ਬਿੰਦੂਆਂ ਨੂੰ, ਦੋਨੋਂ ਰੇਖਾਵਾਂ ਨੂੰ, ਦੋਨੋਂ ਪਹਿਲੀਆਂ ਰੇਖਾਵਾਂ ਨੂੰ ਉਸੇ ਬਿੰਦੂ ਤੇ ਕੱਟੇ ਜਿੱਥੇ ਕਿ ਪਹਿਲਾਂ ਹੀ ਕੱਟਦੀਆਂ ਸੀ, ਤਾਂ ਇਹਨੂੰ ਅਸੀਂ ਕਾਟਵੀਂ ਰੇਖਾ ਨਹੀਂ ਕਹਾਂਗੇ। ठीक है, ਇਹਦਾ ਨਾਮ ਅਸੀਂ AB ਰੱਖ ਲੈਂਦੇ ਹਾਂ ਔਰ ਇਸ ਦਾ ਨਾਮ CD ਰੱਖ ਲੈਂਦੇ ਹਾਂ ਔਰ ਇਹ ਸਾਡੇ ਕੋਲ ਜਿਹੜੀ ਰੇਖਾ ਹੈ ਇਹਦਾ ਨਾਮ ਅਸੀਂ L ਰੱਖ ਲੈਂਦੇ ਹਾਂ। ਇਸੇ ਤਰ੍ਹਾਂ ਉੱਪਰ ਵਾਲੇ ਕੇਸ ਦੇ ਵਿੱਚ ਇਹ ਸਾਡੇ ਕੋਲ AB ਰੇਖਾ ਹੋ ਜਾਏਗੀ, ठीक है, और ਇਹਦਾ ਨਾਮ ਅਸੀਂ CD ਰੱਖ ਲੈਂਦੇ ਹਾਂ और इस रेखा का नाम L रख लेंगे। तो इस केस ਦੇ ਵਿੱਚ ਸਾਡੇ ਕੋਲ ਜਿਹੜੀ L ਰੇਖਾ ਹੈ ਉਹ AB ਤੇ CD ਨੂੰ ਦੋ ਅਲੱਗ-ਅਲੱਗ ਬਿੰਦੂਆਂ ਤੇ ਕੱਟ ਰਹੀ ਹੈ। ਠੀਕ ਹੈ, ਜਦਕਿ ਹੇਠਾਂ ਵਾਲੇ ਕੇਸ ਦੇ ਵਿੱਚ ਕੀ ਹੈ ਕਿ ਜਿਹੜੀ L ਰੇਖਾ ਹੈ ਉਹ AB ਤੇ CD ਨੂੰ ਕੱਟਦਾ ਦੋਨਾਂ ਰੇਖਾਵਾਂ ਨੂੰ ਰਹੀ ਹੈ ਪਰ ਇੱਕ ਹੀ ਬਿੰਦੂ ਤੇ ਕੱਟਦੀ ਪਈ ਹੈ। तो ਇਹ L ਜਿਹੜੀ ਰੇਖਾ ਹੈ ਸਾਡੇ ਕੋਲ ਕਾਟਵੀਂ ਰੇਖਾ ਨਹੀਂ ਹੈ, ਕਾਟਵੀਂ ਰੇਖਾ नहीं है, ਇਹਨੂੰ ਅਸੀਂ ਕਾਟਵੀਂ ਰੇਖਾ ਨਹੀਂ ਕਹਾਂਗੇ। ਪਰ ਇਸ ਤਰ੍ਹਾਂ ਜੇ ਕੋਈ ਰੇਖਾ ਦੂਸਰੀਆਂ ਦੋਨੋਂ ਰੇਖਾਵਾਂ ਜਾਂ ਤਿੰਨ ਰੇਖਾਵਾਂ ਨੂੰ ਜਾਂ ਤਿੰਨ ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ, ਉਹਨਾਂ ਨੂੰ ਭਿੰਨ-ਭਿੰਨ ਹਰ ਇੱਕ ਰੇਖਾ ਨੂੰ ਅਲੱਗ-ਅਲੱਗ ਬਿੰਦੂ ਤੇ ਕੱਟ ਕਰੇ ਤਾਂ ਇਸ ਨੂੰ ਅਸੀਂ ਕਾਟਵੀਂ ਰੇਖਾ ਕਹਾਂਗੇ। ਠੀਕ ਹੈ ਵਿਦਿਆਰਥੀਓ, ਸੋ ਕਾਟਵੀਂ ਰੇਖਾ ਦੁਆਰਾ ਬਣਾਏ ਗਏ ਕੋਣ। ਹੁਣ ਕਾਟਵੀਂ ਰੇਖਾ ਜਦੋਂ ਦੋ ਰੇਖਾਵਾਂ ਨੂੰ ਕੱਟਦੀ ਹੈ ਤਾਂ ਕਿਹੜੇ-ਕਿਹੜੇ ਕੋਣ ਬਣਦੇ ਨੇ ਉਹਨਾਂ ਦੇ ਅਸੀਂ ਜਿਹੜੇ ਨਾਮ ਹੈ ਉਹ ਇੱਥੇ ਲਿਖਾਂਗੇ। ਠੀਕ ਹੈ, तो मान लो एक रेखा है साडे कोल, ये दूजी रेखा है और ये साडे कोल काटवीं रेखा है। ਇਹਦਾ ਅਸੀਂ ਨਾਮ ਜਿਹੜਾ ਰੇਖਾ M ਰੱਖ ਦਿੰਦੇ, ਇਹਦਾ ਨਾਮ ਅਸੀਂ ਰੇਖਾ N ਰੱਖ ਲੈਂਦੇ ਹਾਂ ਔਰ ਇਹ ਸਾਡੇ ਕੋਲ ਇਸ ਨੂੰ ਆਪਾਂ ਰੇਖਾ L ਮੰਨ ਲੈਂਦੇ। ਠੀਕ ਹੈ, तो ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਦੋਂ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਤਾਂ ਚਾਰ ਕੋਣ ਬਣਦੇ ਨੇ। ਇੱਥੇ ਸਾਡੇ ਕੋਲ ਦੋ ਰੇਖਾਵਾਂ ਨੂੰ ਤੀਜੀ ਇੱਕ ਰੇਖਾ ਕੱਟ ਰਹੀ ਹੈ, ਇੱਥੇ ਸਾਡੇ ਕੋਲ ਟੋਟਲ 8 ਕੋਣ ਬਣਨਗੇ। ਠੀਕ ਹੈ, ਚਾਰ ਕੋਣ ਸਾਡੇ ਕੋਲ ਇੱਥੇ ਬਣਦੇ ਨੇ, ਇਹਨਾਂ ਦੇ ਨਾਮ ਅਸੀਂ ਰੱਖ ਲੈਂਦੇ ਹਾਂ 1 2 3 ਅਤੇ 4 ਔਰ ਇਸੇ ਢੰਗ ਦੇ ਨਾਲ ਚਾਰ ਕੋਣ ਸਾਡੇ ਕੋਲ ਇੱਥੇ ਬਣਦੇ ਨੇ, ਇਹਨਾਂ ਦਾ ਨਾਮ ਅਸੀਂ ਰੱਖ ਲੈਂਦੇ ਹਾਂ 5 6 ਕੋਣ 7 ਅਤੇ ਕੋਣ 8। ਠੀਕ ਹੈ, तो ਇਹ 8 ਕੋਣ ਜਿਹੜੇ ਬਣਦੇ ਨੇ ਇਹਨਾਂ ਦੇ ਫਿਰ ਸਾਡੇ ਕੋਲ ਪ੍ਰੋਪਰ ਜਿਹੜੇ ਆਪਣੇ ਆਪਣੇ ਨਾਮ ਹੁੰਦੇ ਆ ਵੀ ਕਿਹੜੇ ਕੋਣ ਨੂੰ ਅਸੀਂ ਕਿਸ ਨਾਮ ਦੇ ਨਾਲ ਜਿਹੜਾ ਯਾਦ ਰੱਖਣਾ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਜਿਵੇਂ ਕੋਣ ਸਾਡੇ ਕੋਲ ਅੰਦਰਲੇ ਕੋਣ, ਕੁਝ ਕੋਣ ਜਿਹੜੇ ਇਹਨਾਂ ਨੂੰ ਅਸੀਂ ਅੰਦਰਲੇ ਕੋਣ ਕਹਿੰਦੇ ਆ, ਕੁਝ ਸਾਡੇ ਕੋਲ ਬਾਹਰਲੇ ਕੋਣ ਹੁੰਦੇ ਨੇ। ਅੰਦਰਲੇ ਕੋਣ अंदरले कोण बच्चों ਸਾਡੇ ਕੋਲ ਕਿਹੜੇ ਹੋਣਗੇ, ਇਹ ਜਿਹੜੀ M ਤੇ N ਰੇਖਾਵਾਂ ਨੇ ਇਹਨਾਂ ਦੇ ਅੰਦਰ ਵਾਲੇ ਹਿੱਸੇ ਤੇ ਜਿਹੜੇ ਆ ਵਾਲੇ ਕੋਣ ਬਣਦੇ ਨੇ, ਕੋਣ 3 4 5 ਤੇ 6, ਇਹ ਕੋਣਾਂ ਨੂੰ ਅਸੀਂ ਅੰਦਰਲੇ ਕੋਣ ਕਹਿੰਦੇ ਹਾਂ। ਠੀਕ ਹੈ, तो ਕਿਹੜੇ ਕਿਹੜੇ ਕੋਣ ਨੇ, ਕੋਣ 3 ਕੋਣ 4 ਕੋਣ 5 ਤੇ ਕੋਣ 6, ਇਹ ਅੰਦਰਲੇ ਕੋਣ ਨੇ। ਇਸੇ ਢੰਗ ਦੇ ਨਾਲ ਬਾਹਰਲੇ ਕੋਣ ਜਿਹੜੇ ਕੋਣ ਸਾਡੇ ਕੋਲ ਜਿਵੇਂ ਹੁਣ MN ਰੇਖਾ ਦਾ ਇਹ ਸਾਡੇ ਕੋਲ ਜਿਹੜਾ ਅੰਦਰਲਾ ਭਾਗ ਹੈ ਔਰ ਇਹ ਜਿਹੜਾ ਸਾਡੇ ਕੋਲ ਬਾਹਰਲਾ ਭਾਗ ਹੈ, ਤਾਂ ਕੋਣ 1 ਕੋਣ 2 ਕੋਣ 7 ਤੇ ਕੋਣ 8 ਇਹਨਾਂ ਨੂੰ ਅਸੀਂ ਬਾਹਰਲੇ ਕੋਣ ਕਹਿੰਦੇ ਹਾਂ।
ठीक है। ਇਹ 1 2 7 ਤੇ 8 ਇਹ ਸਾਡੇ ਕੋਲ ਐਕਸਟੀਰੀਅਰ ਐਂਗਲਸ ਨੇ, ਬਾਹਰਲੇ ਕੋਣ 3 4 5 ਤੇ 6 ਜਿਹੜੇ m ਤੇ n ਦੇ ਅੰਦਰ ਵਾਲੇ ਹਿੱਸੇ 'ਚ ਨੇ, ਇਹ ਸਾਡੇ ਕੋਲ ਅੰਦਰਲੇ ਕੋਣ ਨੇ, ਇੰਟੀਰੀਅਰ ਐਂਗਲਸ ਇਹਨਾਂ ਨੂੰ ਅਸੀਂ ਕਹਿੰਦੇ ਆ। ਠੀਕ ਹੈ, तो सब तो पहली चीज ਤਾਂ ਇਹੀ ਸਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਸਾਡੇ ਕੋਲ ਕਾਟਵੀਂ ਰੇਖਾ ਜਦੋਂ ਦੋ ਰੇਖਾਵਾਂ ਨੂੰ ਕੱਟਦੀ ਹੈ ਤਾਂ ਕਿਹੜੇ ਕੋਣ ਜਿਹੜੇ ਅੰਦਰਲੇ ਕੋਣ ਨੇ ਤੇ ਕਿਹੜੇ ਬਾਹਰਲੇ ਕੋਣ ਨੇ। ਠੀਕ ਹੈ, ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਸੰਗਤ ਕੋਣ। ठीक है, संगत कोण ਸਾਡੇ ਕੋਲ ਕਿਵੇਂ ਨੇ, ਜਿਵੇਂ ਸਾਡੇ ਕੋਲ ਜਿਹੜਾ ਕੋਣ ਇੱਕ ਹੈ, ਹਰ ਇੱਕ ਕੋਣ ਦਾ ਸੰਗਤ ਕੋਣ ਇੱਕ ਹੁੰਦਾ ਹੈ। ਜਿਵੇਂ ਕੋਣ ਇੱਕ ਹੈ, ਕੋਣ ਦਾ ਜਿਹੜਾ ਇੱਕ ਕੋਣ ਦਾ ਸੰਗਤ ਕੋਣ ਹੈ ਉਹ ਸਾਡੇ ਕੋਲ ਕੋਣ 5 ਹੈ। ਠੀਕ ਹੈ, ਸੰਗਤ ਕੋਣ ਜਿਹੜੇ ਇਹ ਜੋੜਿਆਂ ਦੇ ਵਿੱਚ ਹੋਣਗੇ ਸਾਡੇ ਕੋਲ, ਕੋਣ 1 ਤੇ ਕੋਣ 5, ਇਸੇ ਢੰਗ ਦੇ ਨਾਲ ਕੋਣ 2 ਤੇ ਕੋਣ 6, ਕੋਣ 3 ਤੇ ਕੋਣ 7, ਕੋਣ 4 ਤੇ ਕੋਣ 8, ਇਹ ਸੰਗਤ ਕੋਣਾਂ ਦੇ ਜੋੜੇ ਨੇ। तो ये ਆਪਾਂ ਇੱਥੇ ਸਾਰੇ ਲਿਖ ਲੈਂਦੇ ਆ। ਪਹਿਲਾ ਜੋੜਾ ਕੋਣ 1 ਅਤੇ ਕੋਣ 5। ਠੀਕ ਹੈ, ਇਸ ਤੋਂ ਬਾਅਦ ਦੂਸਰਾ ਜੋੜਾ ਜਿਹੜਾ ਸੰਗਤ ਕੋਣਾਂ ਦਾ ਹੈ ਉਹ ਸਾਡੇ ਕੋਲ ਕੋਣ 2 ਅਤੇ ਕੋਣ 6। ਇਸ ਤੋਂ ਬਾਅਦ ਤੀਸਰਾ ਜੋੜਾ ਕੋਣ 3 ਅਤੇ ਕੋਣ 3 ਦੇ ਨਾਲ ਕੋਣ 7। ਇਸ ਤੋਂ ਬਾਅਦ ਚੌਥਾ ਜੋੜਾ ਹੈ ਕੋਣ 4 ਅਤੇ ਕੋਣ 8। ਠੀਕ ਹੈ, ਇਹ ਸਾਡੇ ਕੋਲ ਚਾਰ ਜੋੜੇ ਜਿਹੜੇ ਸੰਗਤ ਕੋਣਾਂ ਦੇ ਬਣਦੇ ਨੇ ਜਦੋਂ ਇੱਕ ਕਾਟਵੀਂ ਰੇਖਾ ਦੋ ਰੇਖਾਵਾਂ ਨੂੰ ਕੱਟਦੀ ਹੈ। ਠੀਕ ਹੈ, ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅੰਦਰਲੇ ਇਕਾਂਤਰ ਕੋਣਾਂ ਦੇ ਬਾਰੇ। ਅੰਦਰਲੇ ਇਕਾਂਤਰ ਕੋਣ ਅੰਦਰਲੇ ਇਕਾਂਤਰ ਸਾਡੇ ਕੋਲ ਕੋਣ ਨੇ, ਜਿਵੇਂ ਕੋਣ 3 ਹੈ ਤੇ ਇਹਦੇ ਦੂਜੇ ਪਾਸੇ ਸਾਡੇ ਕੋਲ ਜਿਹੜਾ ਕੋਣ ਇੱਥੇ 5 ਹੈ। ਕੋਣ 3 ਤੇ ਕੋਣ 5 ਇਹ ਦੋਨੋਂ ਹੀ ਅੰਦਰਲੇ ਇਕਾਂਤਰ ਕੋਣ ਨੇ। ਇਸੇ ਢੰਗ ਦੇ ਨਾਲ ਕੋਣ 4 ਤੇ ਕੋਣ 6 ਇਹ ਵੀ ਅੰਦਰਲੇ ਇਕਾਂਤਰ ਕੋਣਾਂ ਦਾ ਜੋੜਾ ਹੈ। ਅੰਦਰਲੇ ਇਕਾਂਤਰ ਕੋਣ ਸਾਡੇ ਕੋਲ ਕੋਣ 3 ਅਤੇ ਕੋਣ 5 ਇੱਕ ਜੋੜਾ। ਦੂਸਰਾ ਜੋੜਾ ਸਾਡੇ ਕੋਲ ਹੈ ਕੋਣ 4 ਅਤੇ ਕੋਣ 6। ਠੀਕ ਹੈ, ਇਸੇ ਢੰਗ ਦੇ ਨਾਲ ਬਾਹਰਲੇ ਇਕਾਂਤਰ ਕੋਣ ਸਾਡੇ ਕੋਲ 2 ਤੇ ਕੋਣ 8। ਠੀਕ ਹੈ, ਇਸੇ ਢੰਗ ਦੇ ਨਾਲ ਕੋਣ 1 ਤੇ ਦੂਜੀ ਸਾਈਡ ਸਾਡੇ ਕੋਲ ਕੋਣ 7। ठीक है विद्यार्थियों, अंदरले इकांतर कोण ते बाहरले इकांतर कोणां दे बारे ਅਸੀਂ ਜਾਣਿਆ। ਇਸ ਤੋਂ ਬਾਅਦ ਅਸੀਂ ਅੰਦਰਲੇ ਤੇ ਬਾਹਰਲੇ ਇੱਕੋ ਪਾਸੇ ਦੇ ਕੋਣਾਂ ਬਾਰੇ ਵੀ ਜਾਣਾਂਗੇ। तो अंदरले ਇੱਕੋ ਪਾਸੇ ਦੇ ਕੋਣ ਹਾਂਜੀ, ਅੰਦਰਲੇ ਇੱਕੋ ਪਾਸੇ ਦੇ ਕੋਣ ਹੈ, ਭਾਵ ਅੰਦਰਲੇ ਕੋਣ ਸਾਨੂੰ ਪਤਾ ਹੈ ਕੋਣ 3 4 5 ਤੇ 6 ਨੇ। ਇਹਦੇ ਵਿੱਚੋਂ 3 ਤੇ 5 ਇਕਾਂਤਰ ਕੋਣ ਸੀ, 6 ਤੇ 4 ਇਕਾਂਤਰ ਕੋਣ ਸੀ। ਤਾਂ ਕੋਣ 3 ਅਤੇ ਕੋਣ 6 ਜਿਹੜੇ ਆ ਇਹ ਸਾਡੇ ਕੋਲ ਅੰਦਰਲੇ ਇੱਕੋ ਪਾਸੇ ਦੇ ਕੋਣ, ਕੋਣ 3 ਅਤੇ ਕੋਣ 6। ਇਸੇ ਢੰਗ ਦੇ ਨਾਲ ਕੋਣ 4 ਅਤੇ ਕੋਣ 5 ਜਿਹੜੇ ਉਹ ਅੰਦਰਲੇ ਇੱਕੋ ਪਾਸੇ ਦੇ ਕੋਣ ਨੇ। ਇਸੇ ਢੰਗ ਦੇ ਨਾਲ ਅਸੀਂ ਬਾਹਰਲੇ ਇੱਕੋ ਪਾਸੇ ਦੇ ਕੋਣ ਲਿਖਾਂਗੇ। ਹਾਂਜੀ ਪਿਆਰੇ ਬੱਚਿਓ, ਬਾਹਰਲੇ ਇੱਕੋ ਪਾਸੇ ਦੇ ਕੋਣ ਸਾਡੇ ਕੋਲ ਕਿਹੜੇ-ਕਿਹੜੇ ਹੋਣਗੇ? ਕੋਣ 1 ਤੇ ਕੋਣ 6, ਕੋਣ 1 ਤੇ ਕੋਣ 8, ਇਹਨਾਂ ਨੂੰ ਅਸੀਂ ਬਾਹਰਲੇ ਇੱਕੋ ਪਾਸੇ ਦੇ ਕੋਣ ਕਹਿੰਦੇ ਆ। ਔਰ ਇਹਦੇ ਨਾਲ ਦੂਜੀ ਸਾਈਡ ਕੋਣ 2 ਅਤੇ ਕੋਣ 7। ਜਦੋਂ ਅਸੀਂ ਅੰਦਰਲੇ ਇੱਕੋ ਪਾਸੇ ਕੋਣਾਂ ਦੀ ਗੱਲ ਕਰੀ ਤੇ ਇੱਕੋ ਪਾਸੇ ਅਸੀਂ ਕਿਸ ਦੇ ਦੇਖਣੇ ਆ? ਅਸੀਂ ਲਾਈਨ L ਦੇ ਇੱਕੋ ਪਾਸੇ ਦੀ ਗੱਲ ਕਰਦੇ ਹਾਂ। ਠੀਕ ਹੈ, ਲਾਈਨ L ਦੇ ਇੱਕੋ ਪਾਸੇ ਅੰਦਰਲੇ ਕੋਣ 3 ਤੇ 6 ਨੇ ਔਰ ਦੂਜੇ ਪਾਸੇ ਜਿਹੜੇ 4 ਤੇ 5 ਨੇ। ਇਸੇ ਲਾਈਨ L ਦੇ
ਇੱਕੋ ਪਾਸੇ ਬਾਹਰਲੇ ਕੋਣ 1 ਤੇ 8 ਨੇ ਤੇ ਅੰਦਰਲੇ ਪਾਸੇ ਦੂਜੇ ਪਾਸੇ ਜਿਹੜੇ ਬਾਹਰਲੇ ਕੋਣ ਨੇ ਉਹ ਸਾਡੇ ਕੋਲ ਕੋਣ 2 ਤੇ ਕੋਣ 7 ਨੇ। ਠੀਕ ਹੈ ਵਿਦਿਆਰਥੀਓ, ਤੋਂ ਇਸ ਢੰਗ ਦੇ ਨਾਲ ਅਸੀਂ ਦੇਖਿਆ ਕਿ ਜਦੋਂ ਇੱਕ ਰੇਖਾ ਕਾਟਵੀਂ ਰੇਖਾ ਦੋ ਰੇਖਾਵਾਂ ਨੂੰ ਕੱਟਦੀ ਹੈ ਤਾਂ ਸਾਡੇ ਕੋਲ ਜਿਹੜੇ ਜਿਹੜੇ ਕੋਣਾਂ ਦੇ ਜੋੜੇ ਬਣਦੇ ਨੇ, ਕਿਵੇਂ ਬਣਦੇ ਨੇ, ਉਹਨਾਂ ਦੇ ਕੀ ਨਾਮ ਨੇ। ਸਾਡੇ ਕੋਲ ਬਾਹਰਲੇ ਇੱਕੋ ਪਾਸੇ ਦੇ ਕੋਣ, ਅੰਦਰਲੇ ਇੱਕੋ ਪਾਸੇ ਦੇ ਕੋਣ, ਬਾਹਰਲੇ ਇਕਾਂਤਰ ਕੋਣ, ਅੰਦਰਲੇ ਇਕਾਂਤਰ ਕੋਣ, ਠੀਕ ਹੈ, ਔਰ ਸੰਗਤ ਕੋਣ। ਠੀਕ, ਸੰਗਤ ਕੋਣ ਔਰ ਇਹ ਸਾਡੇ ਕੋਲ ਬਾਹਰਲੇ ਕੋਣ ਅਤੇ ਅੰਦਰਲੇ ਕੋਣ। ਠੀਕ ਹੈ, ਔਰ ਇਹਦੇ ਵਿੱਚ ਇੱਕ ਕੋਣ ਅਸੀਂ ਹੋਰ ਜਿਹੜੇ ਲਿਖ ਸਕਦੇ ਹਾਂ, ਉਹ ਕਿਹੜੇ ਕੋਣ ਨੇ? ਸਿਖਰ ਸਨਮੁਖ ਕੋਣ। ਜਿਵੇਂ ਕੋਣ 1 ਤੇ 3 ਜਿਹੜੇ ਸਿਖਰ ਸਨਮੁਖ ਕੋਣ ਨੇ, ਠੀਕ ਹੈ, ਕੋਣ 2 ਤੇ 4 ਇਹ ਵੀ ਸਿਖਰ ਸਨਮੁਖ ਕੋਣ ਨੇ, ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਪੜ੍ਹ ਕੇ ਆਏ ਹਾਂ। ਇਸੇ ਤਰ੍ਹਾਂ ਕੋਣ 5 ਤੇ 7, ਕੋਣ 6 ਤੇ 8, 6 ਤੇ 8 ਦਾ ਜੋੜਾ ਇਹ ਸਿਖਰ ਸਨਮੁਖ ਕੋਣ ਹੈ, 5 ਤੇ 7 ਦਾ ਜਿਹੜਾ ਜੋੜਾ ਹੈ ਉਹ ਵੀ 5 ਤੇ 7 ਕੋਣ ਸਿਖਰ ਸਨਮੁਖ ਕੋਣ ਨੇ। ਇਸੇ ਢੰਗ ਦੇ ਨਾਲ ਸਾਡੇ ਕੋਲ ਰੇਖੀ ਜੋੜੇ ਵੀ ਇਹਦੇ ਵਿੱਚ ਬਣਦੇ ਨੇ। ਕੋਣ 1 ਅਤੇ ਕੋਣ 2 ਦਾ ਰੇਖੀ ਜੋੜਾ ਬਣਦਾ ਹੈ, ਕੋਣ 2 ਤੇ ਕੋਣ 3 ਦਾ ਰੇਖੀ ਜੋੜਾ ਬਣਦਾ ਹੈ, ਕੋਣ 3 ਦਾ ਕੋਣ 4 ਦੇ ਨਾਲ ਰੇਖੀ ਜੋੜਾ ਬਣਦਾ ਹੈ ਅਤੇ ਕੋਣ 4 ਦਾ ਕੋਣ 1 ਦੇ ਨਾਲ ਰੇਖੀ ਜੋੜਾ ਬਣਦਾ ਹੈ। ਇਸੇ ਢੰਗ ਦੇ ਨਾਲ ਥੱਲੇ ਵਾਲੇ ਕੋਣਾਂ ਦੇ ਵਿੱਚ ਵੀ ਸਾਡੇ ਕੋਲ 4 ਰੇਖੀ ਜੋੜੇ ਬਣਦੇ ਹਨ। ਠੀਕ ਹੈ, तो विद्यार्थियों मैनूं उम्मीद है कि तुसी काटवी रेखा द्वारा बनाए गए सारे कोणों तो चंगी तरह जिहड़े वाकफ हो गए होवोगे। आओ इस तो बाद अगे देखते हैं। सो इस तो बाद साडे कोल कुछ चित्र दिते गए ने, इहदे विच असीं कोणां दे जिहड़े जोड़े ने उन्हां दा नाम जिहड़ा ओह दसना है, पछाणना है। हुण जिवें इह साडे कोल कोण 1 ते कोण 2 ने, इह साडे कोल किहड़े कोण ने? संगत कोण। बिल्कुल ठीक। इस तो बाद दूसरा जिहड़ा जोड़ा हेठा लिखिया होया है, ये साडे कोल कोण 3 ते कोण 4 ये किहड़े कोण ने? अंदरले एकांतर कोण। इस तो बाद साडे कोल कोण 5 ते कोण 6 ये किहड़े कोण हैगे ने? ये साडे कोल काटवी रेखा दे इक्को पासे दे अंदरले कोण। अंदरले इक्को पासे दे कोण। हाँ जी, तो इस तो बाद कोण 9 ते कोण 10 तुसी देख सकते हो, ये भी साडे कोल अंदरले एकांतर कोण। इस तो बाद कोण 7 ਅਤੇ कोण 8 ਇਹ ਸਾਡੇ ਕੋਲ ਇਸ ਚਿੱਤਰ ਦੇ ਵਿੱਚ ਜਿਹੜੇ ਦੋਨੋਂ ਕੋਣ ਦਿੱਤੇ ਗਏ ਨੇ, ਇਹ ਸੰਗਤ ਕੋਣ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਹਰ ਇੱਕ ਕੋਣਾਂ ਦਾ ਜੋੜਾ ਜਿਹੜਾ ਉਹ ਮੇਰੇ ਤੋਂ ਪਹਿਲਾਂ ਪਛਾਣ ਰਹੇ ਹੋ। ਠੀਕ ਹੈ, ਇਸ ਤੋਂ ਬਾਅਦ ਕੋਣ 11 ਤੇ ਕੋਣ 12 ਤੁਸੀਂ ਦੇਖ ਸਕਦੇ ਹੋ, ਇਹ ਦੋਨੋਂ ਮਿਲ ਕੇ ਇੱਕ ਸਰਲ ਰੇਖਾ ਬਣਾਉਂਦੇ ਨੇ, तो ਇਹਨੂੰ ਅਸੀਂ ਰੇਖੀ ਜੋੜਾ ਕਹਾਂਗੇ। रेखी जोड़ा। ठीक है विद्यार्थियों, सो इस तरह कोणां दे जिन्ने भी जोड़े बनते ने उन्हां दा की नाम है वो असीं जाणिया। इस तो बाद असीं गल करदे हां जदों जिहड़ी काटवी रेखा है वो समानांतर रेखा नूं कटदी है तां फिर जिहड़े साडे कोल कोण बनदे ने उन्हां दे विच आपस की संबंध हुंदे ने। जिवें इह साडे कोल एक रेखा है और एक इह रेखा है, ठीक है, और एक रेखा है ये जिहड़ी इन्हां दोनों नूं कटदी है। ये मान लो साडे कोल रेखा L है और ये साडे कोल रेखा M है और ये रेखा जिहड़ी है अपने कोल रेखा N है। ठीक है, तो जदों रेखा L M ते N नूं कटदी है, जिथे M ते N दोनों ही समान अंतर रेखावां हन, तां उस वेले जिहड़ा कोण साडे कोल बनदे ने, जिन्ने भी संगत कोण बनदे ने, चाहे साडे कोल एकांतर कोण बनदे ने, चाहे बाहरले चाहे अंदरले इक्को पासे दे कोण बनदे ने, उन्हां दे विच की संबंध हुंदा है वो असीं हुण जाणांगे। ठीक है, सो इत्थे साडे कोल चार कोण जिहड़े इत्थे बनणगे, कोण 1 कोण 2 कोण 3 कोण 4। इसे ढंग दे नाल कोण 5 कोण 6 कोण 7 ਅਤੇ कोण 8। ठीक है, सो ਇਹਦੇ ਵਿੱਚ ਅਸੀਂ ਜਿਵੇਂ ਦੇਖ ਕੇ ਆਏ ਆ ਪਿੱਛੇ ਜਿਹੜੇ ਕੋਣ ਸਾਡੇ ਕੋਲ ਕੋਣ 1 ਤੇ ਕੋਣ 5 ਨੇ, ਕੋਣ 2 ਤੇ ਕੋਣ 6 ਨੇ, ਇਹ ਸੰਗਤ ਕੋਣਾਂ ਦੇ ਜੋੜੇ ਨੇ। ਕੋਣ 3 ਦੇ ਨਾਲ ਕੋਣ 7 ਜਿਹੜਾ ਇਹ ਸੰਗਤ ਜੋੜਾ ਹੈ। ਕੋਣ 4 ਦੇ ਨਾਲ ਕੋਣ 8 ਇਹ ਸਾਡੇ ਕੋਲ ਸੰਗਤ ਜੋੜਾ ਹੈ।
ਜੇ ਦੋ ਸਮਾਨਾਂਤਰ ਰੇਖਾਵਾਂ ਕਿਸੇ ਕਾਟਵੀਂ ਰੇਖਾ ਦੁਆਰਾ ਕੱਟੀਆਂ ਜਾਂਦੀਆਂ ਹਨ ਤਾਂ ਸੰਗਤ ਕੋਣਾਂ ਦੇ ਹਰੇਕ ਜੋੜੇ ਦਾ ਮਾਪ ਸਮਾਨ ਹੁੰਦਾ ਹੈ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੇ ਸਾਡੇ ਕੋਲ ਸੰਗਤ ਕੋਣ ਨੇ, ਸਾਰੇ ਸੰਗਤ ਜੋੜੇ ਨੇ, ਉਹਨਾਂ ਦਾ ਮਾਪ ਜਿਹੜਾ ਹੈ ਇੱਕ ਦੂਜੇ ਦੇ ਸਮਾਨ ਹੋਏਗਾ। ਭਾਵ ਜਿਹੜਾ ਕੋਣ 1 ਹੈ ਸਾਡੇ ਕੋਲ, ਕੋਣ 1 ਦਾ ਮਾਪ ਹੈ ਉਹ ਕੋਣ 5 ਦੇ ਬਰਾਬਰ ਹੋਏਗਾ। ਕੋਣ 2 ਦਾ ਮਾਪ ਸਾਡੇ ਕੋਲ ਕੋਣ 6 ਦੇ ਬਰਾਬਰ ਹੋਏਗਾ। ਕੋਣ 3 ਦਾ ਮਾਪ ਸਾਡੇ ਕੋਲ ਕੋਣ 7 ਦੇ ਬਰਾਬਰ ਹੋਏਗਾ ਤੇ ਕੋਣ 4 ਦਾ ਮਾਪ ਕੋਣ 8 ਦੇ ਬਰਾਬਰ ਹੋਏਗਾ। ਠੀਕ ਹੈ, ਕੋਣ 1 ਤੇ ਕੋਣ 5, ਕੋਣ 2 ਤੇ 6, 3 ਤੇ 7, 4 ਤੇ 8, ਇਹਨਾਂ ਦਾ ਮਾਪ ਜਿਹੜਾ ਇੱਕ ਦੂਜੇ ਦੇ ਬਰਾਬਰ ਹੋਵੇਗਾ। ਠੀਕ ਹੈ, ਸੰਗਤ ਕੋਣਾਂ ਨੂੰ ਜੇਕਰ ਅਸੀਂ ਪਛਾਣਨਾ ਹੋਵੇ ਤਾਂ ਇਸ ਢੰਗ ਦੇ ਨਾਲ ਦੇਖ ਸਕਦੇ ਹਾਂ। ਤੁਸੀਂ ਜਿਵੇਂ ਆਕ੍ਰਿਤੀ ਦੇ ਵਿੱਚ ਪਹਿਲੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਇਹ ਕੋਣ ਜਿਹੜਾ, ਇਹਨੂੰ ਮੈਂ ਨਾਮ 1 ਦੇ ਲੈਣਾ, ਇਹ ਕੋਣ ਸਾਡੇ ਕੋਲ 2 ਹੈ। ਕੋਣ 2 ਤੇ F ਜਿਹੜੇ ਨੇ, ਇਹਨਾਂ ਜਿਹੜੀਆਂ ਸਾਡੇ ਕੋਲ ਰੇਖਾਵਾਂ ਦੇ ਨਾਲ ਬਣਦੇ ਨੇ, ਇਹਨਾਂ ਦੇ ਨਾਲ ਸਾਡੇ ਕੋਲ ਇੱਥੇ ਇੱਕ F ਜਿਹੜਾ ਸਟਰਕਚਰ ਸਾਡੇ ਕੋਲ ਬਣਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੰਗਲਿਸ਼ ਦਾ ਲੈਟਰ ਜਿਹੜਾ F ਹੈ ਉਹ ਸਾਡੇ ਕੋਲ ਇੱਥੇ ਬਣ ਰਿਹਾ ਹੈ। ਠੀਕ ਹੈ, ਭਾਵ ਇਹ ਸਾਡੇ ਕੋਲ F ਹੈ, ਤਾਂ F ਦੇ ਵਿੱਚ ਇਹ ਜਿਹੜੇ ਦੋਨੋਂ ਕੋਣ ਨੇ ਇਹ ਸਾਡੇ ਕੋਲ ਸੰਗਤ ਕੋਣ ਬਣਦੇ ਨੇ। ਦੂਜੀ ਆਕ੍ਰਿਤੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕੋਣ F ਜਿਹੜੀ ਇਸ ਸਾਈਡ ਨੂੰ ਇਸ ਵਾਰ ਬਣੀ ਹੋਈ ਹੈ। ਠੀਕ ਹੈ, ਇਹਦੇ ਵਿੱਚ ਇਹ ਕੋਣ ਜਿਹੜੇ ਸਾਡੇ ਕੋਲ 3 ਕੋਣ ਤੇ 4 ਕੋਣ ਨੇ, ਇਹ ਦੋਨੋਂ ਸੰਗਤ ਕੋਣਾਂ ਨੂੰ ਦਰਸਾ ਰਹੇ ਨੇ। ਇਸੇ ਢੰਗ ਦੇ ਨਾਲ ਇਸ ਆਕ੍ਰਿਤੀ ਦੇ ਵਿੱਚ ਜੇਕਰ ਮੈਂ ਇਹਨੂੰ ਕੋਣ 5 ਔਰ ਇਹਨੂੰ ਕੋਣ 6 ਮੰਨ ਲਾਂ ਤਾਂ ਇਹਦੇ ਵਿੱਚ ਵੀ ਸਾਡੇ ਕੋਲ F ਦੀ ਸਟਰਕਚਰ ਤੁਸੀਂ ਦੇਖ ਸਕਦੇ ਹੋ, ਉਹ ਇਸ ਸਾਈਡ ਨੂੰ, ਉਲਟੀ ਸਾਈਡ ਨੂੰ ਜਿਹੜੀ ਬਣੀ ਹੋਈ ਹੈ। ਠੀਕ ਹੈ, तो संगत कोणां नूं बड़ी आसानी दे नाल असीं पछाण सकदे हां ते संगत कोणां दा माप उदों हमेशा बराबर हुंदा है जदों काटवी दो समान अंतर रेखावां नूं कटदी है। तो एक काटवी रेखा दो समान अंतर रेखावां नूं कटे तां अंदरले साडे कोल एकांतर कोणां दे जोड़े समान हुंदे ने। तो इस चित्र विच एकांतर कोण साडे कोल किहड़े-किहड़े ने, कोण 3 ते कोण 5 ते कोण 3 दी कीमत जिहड़ी है वो साडे कोल कोण 5 दे बराबर होएगी। इसे ढंग दे नाल जिहड़ा कोण 4 दा माप है साडे कोल वो कोण 6 दे बराबर होएगा। ठीक है, अंदरले कोणां दे वांग ही जेकर असीं बाहरले एकांतर कोणां दी गल करिए तां वो भी साडे कोल बराबर हुंदे ने। कोण 2 दा माप साडे कोल कोण 8 दे बराबर होएगा ਅਤੇ ਕੋਣ 1 ਦਾ ਮਾਪ ਕੋਣ 7 ਦੇ ਬਰਾਬਰ ਹੋਏਗਾ। ਠੀਕ ਹੈ ਵਿਦਿਆਰਥੀਓ, तो इस ढंग ਦੇ ਨਾਲ ਸਮਾਨ ਅੰਤਰ ਰੇਖਾਵਾਂ ਵਿੱਚ ਬਣਨ ਵਾਲੇ ਕੋਣਾਂ ਦੇ ਆਪਸ ਦੇ ਵਿੱਚ ਜਿਹੜੇ ਸੰਬੰਧ ਸਾਡੇ ਕੋਲੋਂ ਬਣਦੇ ਨੇ। तो एकांतर कोणां ਨੂੰ ਪਛਾਣਨ ਦੇ ਲਈ ਤੁਸੀਂ ਇਸ ਢੰਗ ਦੇ ਨਾਲ ਦੇਖ ਸਕਦੇ ਹੋ ਕਿ ਜਦੋਂ एकांतर ਕੋਣ ਸਾਡੇ ਕੋਲ ਬਣਦੇ ਨੇ, ਜਿਵੇਂ ਇਹ ਕੋਣ 1 ਇਹ ਕੋਣ 2 ਹੈ, ਤਾਂ ਸਾਡੇ ਕੋਲ ਇਹਨਾਂ ਕੋਣਾਂ ਦੀਆਂ ਜਿਹੜੀਆਂ ਭੁਜਾਵਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ Z ਟਾਈਪ ਜਿਹੜੀ ਆਕ੍ਰਿਤੀ ਸਾਡੇ ਕੋਲ ਬਣਦੀ ਹੈ। ਠੀਕ ਹੈ, ਇਹਦੇ ਵਿੱਚ ਵੀ ਦੇਖ ਸਕਦੇ ਹੋ ਇਹ Z ਜਿਹੜੀ ਥੋੜੀ ਉਲਟੀ ਦਿਸ਼ਾ ਦੇ ਵਿੱਚ ਬਣੀ ਹੋਈ ਹੈ। ਠੀਕ ਹੈ, ਇਸੇ ਢੰਗ ਦੇ ਨਾਲ ਇਹ ਵੀ ਸਾਡੇ ਕੋਲ Z ਲਾਈਕ ਸਟਰਕਚਰ ਜਿਹੜੀ ਇੱਥੇ ਬਣਦੀ ਹੈ। ਤੇ ਕੋਣ 3 ਤੇ ਕੋਣ 4 ਜਿਹੜੇ ਇਹ ਆਪਸ ਦੇ ਵਿੱਚ ਬਰਾਬਰ ਹੋਣਗੇ। ਕੋਣ 5 ਤੇ ਕੋਣ 6 ਇਹਨਾਂ ਦਾ ਅਸੀਂ ਨਾਮ ਦੇ ਲੈਣੇ, ਇਹਨਾਂ ਦੀ ਕੀਮਤ ਜਿਹੜੀ ਹੈ ਉਹ ਇੱਕ ਦੂਜੇ ਦੇ ਬਰਾਬਰ ਰਹੇਗੀ। ਇਸ ਤੋਂ ਬਾਅਦ ਅਸੀਂ ਗੱਲ ਕਰੀਏ, ਜੇ ਇੱਕ ਕਾਟਵੀ ਰੇਖਾ ਦੋ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੈ ਤਾਂ ਕਾਟਵੀ ਰੇਖਾ ਦੇ ਇੱਕ ਪਾਸੇ ਦੇ ਅੰਦਰਲੇ ਕੋਣਾਂ ਦਾ ਹਰੇਕ ਜੋੜਾ ਸੰਪੂਰਕ ਹੁੰਦਾ ਹੈ। ठीक है, तो काटवी रेखा साडे कोल ਇਹਦੇ ਵਿੱਚ L है, अंदरले ਇੱਕੋ ਪਾਸੇ ਦੇ ਕੋਣ ਜਿਹੜੇ 3 ਤੇ ਕੋਣ 4 6 ਨੇ, ਕੋਣ 4 ਤੇ ਕੋਣ 5 ਨੇ। तो ਕੋਣ 3 ਦਾ ਜਿਹੜਾ ਸਾਡੇ ਕੋਲ ਜੋੜਫਲ ਹੈ ਕੋਣ 6 ਦੇ ਨਾਲ, ਇਹ 180 ਡਿਗਰੀ ਹੋਏਗਾ। ਇਹ ਦੋਨੋਂ ਕੋਣ ਸਾਡੇ ਕੋਲ ਸੰਪੂਰਕ ਕੋਣ ਹੁੰਦੇ ਨੇ। ਇਸੇ ਢੰਗ ਦੇ ਨਾਲ ਕੋਣ 4 ਅਤੇ ਕੋਣ 5 ਜਿਹੜਾ ਹੈ ਇਹਨਾਂ ਦਾ ਜੋੜਫਲ ਵੀ ਸਾਡੇ ਕੋਲ 180 ਡਿਗਰੀ ਬਣਦਾ ਹੈ। ਇਹ ਸੰਪੂਰਕ ਕੋਣਾਂ ਦੇ ਜੋੜੇ ਹੁੰਦੇ ਨੇ। ਅੰਦਰਲੇ ਇੱਕੋ ਪਾਸੇ ਦੇ ਕੋਣ ਅਸੀਂ ਇਹਨਾਂ ਨੂੰ ਕਹਿੰਦੇ ਆ। ਇਸੇ ਢੰਗ ਦੇ ਨਾਲ ਜੇ ਅਸੀਂ ਬਾਹਰਲੇ ਇੱਕੋ ਪਾਸੇ ਦੇ ਕੋਣਾਂ ਦੀ ਗੱਲ ਕਰੀਏ ਤਾਂ ਕੋਣ 2 ਅਤੇ ਕੋਣ 7 ਦਾ ਜੋੜਫਲ ਜਿਹੜਾ ਉਹ ਵੀ ਸਾਡੇ ਕੋਲ 180 ਡਿਗਰੀ ਆਏਗਾ। ਠੀਕ ਹੈ, ਕੋਣ 2 ਅਤੇ ਕੋਣ 7 ਇਹ ਵੀ ਸੰਪੂਰਕ ਕੋਣ ਹੁੰਦੇ ਨੇ। ਇਸੇ ਤਰ੍ਹਾਂ ਕੋਣ 1 ਅਤੇ ਕੋਣ 8 ਜਿਹੜੇ ਇਹ ਵੀ ਸਾਡੇ ਕੋਲ ਸੰਪੂਰਕ ਕੋਣ ਹੁੰਦੇ। ਠੀਕ ਹੈ ਸਟੂਡੈਂਟਸ, ਇਸ ਤੋਂ ਬਾਅਦ ਸਾਡੇ ਕੋਲ ਸਵਾਲ ਹੈ ਇਸੇ ਦੇ ਨਾਲ ਸੰਬੰਧਿਤ, ਉਹ ਅਸੀਂ ਹੱਲ ਕਰਦੇ ਹਾਂ। ਇਹ ਸਵਾਲ ਵੀ ਸਾਨੂੰ ਦਿੱਤਾ ਹੈ, ਹੇਠ ਲਿਖਿਆਂ ਵਿੱਚ ਹਰੇਕ ਕਥਨ ਵਿੱਚ ਵਰਤੇ ਗਏ ਗੁਣ ਦਾ ਵਰਣਨ ਕਰੋ। ਇਹ ਸਾਡੇ ਕੋਲ ਇੱਕ ਆਕ੍ਰਿਤੀ ਹੈ ਨਾਲ ਦਿੱਤੀ ਹੋਈ, ਚਿੱਤਰ ਦਿੱਤਾ ਹੋਇਆ ਹੈ। ਇਹਦੇ ਵਿੱਚੋਂ ਸਾਡੇ ਕੋਲ ਜਿਹੜੇ 3 ਕਥਨ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਗੁਣ ਵਰਤੇ ਗਏ ਨੇ ਇਹ ਅਸੀਂ ਦੱਸਾਂਗੇ। ਸਭ ਤੋਂ ਪਹਿਲਾਂ ਜੇ A ਸਮਾਨ ਅੰਤਰ B ਹੈ, ਭਾਵ A ਤੇ B ਦੋਨੋਂ ਸਮਾਨ ਅੰਤਰ ਨੇ, ਤਾਂ ਕੋਣ 1 ਬਰਾਬਰ ਕੋਣ 5 है। कोण 1 बराबर कोण 5 है। तो ਇਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ। ਤੁਸੀਂ ਸਮਝ ਸਕਦੇ ਹੋ ਇਹਦੇ ਵਿੱਚ ਜਿਹੜਾ ਕੋਣ 1 ਹੈ ਤੇ ਕੋਣ 5 ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਸੰਬੰਧ ਹੈ। A ਤੇ B ਦੋਨੋਂ ਸਮਾਨ ਅੰਤਰ ਨੇ। ਠੀਕ ਹੈ,
ਇਸ ਰੇਖਾ ਦਾ ਨਾਮ ਜੇਕਰ ਅਸੀਂ L ਰੱਖ ਲਈਏ, ਸਾਡੇ ਕੋਲ 61ਵੀਂ ਰੇਖਾ ਹੋਏਗੀ ਤਾਂ ਕੋਣ 1 ਅਤੇ ਕੋਣ 5 ਦੋਨੋਂ ਸੰਗਤ ਕੋਣ ਬਣਦੇ ਨੇ। ਤੋਂ ਇਹਦੇ ਵਿੱਚ ਸਾਡੇ ਕੋਲ ਸੰਗਤ ਕੋਣਾਂ ਵਾਲਾ ਕੋਣ ਜਿਹੜਾ ਪਹਿਲੇ ਸਵਾਲ ਦੇ ਵਿੱਚ ਲੱਗਦਾ ਹੈ। ਤੋਂ ਇਹਦੇ ਵਿੱਚ ਅਸੀਂ ਲਿਖ ਦਵਾਂਗੇ ਸੰਗਤ ਕੋਣ ਗੁਣ। ਦੂਜਾ ਸਵਾਲ ਹੈ ਜੇ ਕੋਣ 4 ਬਰਾਬਰ ਕੋਣ 6 ਹੋਏ ਤਾਂ A ਜਿਹੜਾ ਸਮਾਨ ਅੰਤਰ ਹੋਏਗਾ B ਦੇ। ਤੋਂ ਕੋਣ 4 ਅਤੇ ਕੋਣ 6 ਇਹ ਸਾਡੇ ਕੋਲ ਇਸ ਚਿੱਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਕਾਂਤਰ ਕੋਣ ਨੇ, ਇਕਾਂਤਰ ਅੰਦਰਲੇ ਕੋਣ ਨੇ। ਇਕਾਂਤਰ ਅੰਦਰਲੇ ਕੋਣ ਉਦੋਂ ਹੀ ਇੱਕ ਦੂਜੇ ਦੇ ਸਮਾਨ ਹੁੰਦੇ ਆ ਜੇਕਰ ਕਾਟਵੀਂ ਰੇਖਾ ਦੋ ਸਮਾਨਾਂਤਰ ਰੇਖਾਵਾਂ ਨੂੰ ਕੱਟਦੀ ਹੋਵੇ। तो इनू असीं याद रखना है जे रेखावां समानांतर ने A ते B तां साडे कोल एकांतर कोण बराबर होणगे, जे एकांतर कोण बराबर ने फिर साडे कोल रेखावां समानांतर होणगीਆਂ। ठीक है, तो ਇਹਦੇ ਵਿੱਚ ਸਾਡੇ ਕੋਲ ਜਿਹੜਾ ਗੁਣ ਲੱਗਦਾ ਹੈ ਉਹ एकांतर कोण गुण लगदा है। ठीक है, इसे ढंग दे नाल तीजा सवाल जिहड़ा साडे कोल है जे कोण 4 जमा कोण 5 बराबर 180 डिग्री है तां A समानांतर B। हुण इहदे विच सानू पता है कि जदों दो समानांतर रेखावां कटदियां ने तां काटवीं रेखा दे इक्को पासे दे अंदरले कोणां दा जोड़ 180 डिग्री हुंदा है। इस तो उल्ट भी उन्ना ही सच हुंदा है, जेकर अंदरले इक्को पासे दे कोणां दा जोड़ 180 डिग्री बने तां जिहड़ियां रेखावां ने वो साडे कोल समानांतर हुंदियां ने। ठीक है, तो ਇਹਦੇ ਵਿੱਚ ਸਾਡੇ ਕੋਲ ਜਿਹੜਾ ਗੁਣ ਲੱਗਿਆ ਉਹ ਕਿਹੜਾ ਗੁਣ ਲੱਗਿਆ ਹੈ? ਇੱਕੋ ਪਾਸੇ ਦੇ ਅੰਦਰਲੇ ਕੋਣ ਗੁਣ। ਇੱਕੋ ਪਾਸੇ ਦੇ ਅੰਦਰਲੇ ਕੋਣ ਗੁਣ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਇਸ ਲੈਸਨ ਵਿੱਚ ਅਸੀਂ ਜੋ ਚੀਜ਼ਾਂ ਡਿਸਕਸ ਕੀਤੀਆਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਿਖਰ ਸਮੂਹ ਕੋਣ, ਫਿਰ ਰੇਖੀ ਜੋੜਾ, ਫਿਰ ਕਾਟਵੀਂ ਰੇਖਾ ਤੇ ਕਾਟਵੀਂ ਰੇਖਾ ਦੁਆਰਾ ਬਣਾਏ ਜਾਂਦੇ ਕੋਣ, ਠੀਕ ਹੈ, ਉਹ ਸਾਰੇ ਡਿਸਕਸ ਕੀਤੇ ਨੇ। ਸਮਾਨਾਂਤਰ ਰੇਖਾਵਾਂ ਨੂੰ ਕਾਟਵੀਂ ਰੇਖਾ ਜਦੋਂ ਕੱਟ ਕਰਦੀ ਹੈ ਤਾਂ ਕਿਸ ਢੰਗ ਦੇ ਨਾਲ ਕੋਣਾਂ ਦੇ ਜੋੜੇ ਜਿਹੜੇ ਬਣਦੇ ਨੇ ਉਹਨਾਂ 'ਚ ਆਪਸ ਕੀ ਸੰਬੰਧ ਹੁੰਦੇ ਨੇ ਉਹ ਸਾਰੇ ਅਸੀਂ ਅੱਜ ਦੇ ਲੈਸਨ ਵਿੱਚ ਡਿਸਕਸ ਕੀਤੇ। तो ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਫਿਰ ਆਪਾਂ ਅਗਲੇ ਲੈਸਨ ਦੇ ਵਿੱਚ ਅਗਲੇ ਟੌਪਿਕ ਦੇ ਨਾਲ। ਉਦੋਂ ਤੱਕ ਸਤਿ ਸ਼੍ਰੀ ਅਕਾਲ।